ਗੁੱਡ ਮਾਰਨਿੰਗ ਸਟੂਡੈਂਟਸ ਅੱਜ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਤੁਹਾਡੇ ਫਸਟ ਚੈਪਟਰ ਦਾ ਲਾਸਟ ਟੌਪਿਕ ਹੋਏਗਾ। ਇਹ ਕਹਿ ਸਕਦੇ ਹਾਂ ਕਿ ਅੱਜ ਦੇ ਟੌਪਿਕ ਦੇ ਨਾਲ ਤੁਹਾਡਾ ਜਿਹੜਾ ਫਸਟ ਚੈਪਟਰ ਆ ਬਿਜ਼ਨਸ ਸਟੱਡੀ ਦਾ ਉਹ ਕੰਪਲੀਟ ਹੋ ਜਾਏਗਾ। ਸੋ ਇਹਦੇ ਵਿੱਚ ਗੱਲ ਕਰਨੀ ਆ ਇਵੈਲੂਏਸ਼ਨ ਆਫ ਬਿਜ਼ਨਸ ਐਕਟੀਵਿਟੀਜ਼। ਇਵੈਲੂਏਸ਼ਨ ਦਾ ਮਤਲਬ ਹੁੰਦਾ ਕਿ ਜਿਹੜੀਆਂ ਕਾਰੋਬਾਰ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਦਾ ਵਿਕਾਸ ਆ ਜਿਹੜਾ ਉਹ ਕਦੋਂ ਹੋਇਆ ਸੀਗਾ ਜਾਂ ਕਦੋਂ ਮੰਨਿਆ ਜਾਂਦਾ ਵੀ ਵਿਕਾਸ ਆ ਜਿਹੜਾ ਉਹ ਹੋਇਆ। ਤਾਂ ਇਹਦੇ ਵਿੱਚ ਦੇਖੋ ਕਿ ਜਿਹੜੀ ਕਾਫੀ ਜ਼ਿਆਦਾ ਸਟੇਜਿਸ ਦੇ ਵਿੱਚੋਂ ਬਿਜ਼ਨਸ ਜਿਹੜਾ ਪ੍ਰੋਸੈਸ ਆ ਉਹ ਗਿਆ ਸੀ, ਪਰ ਜਦੋਂ ਸਟਾਰਟਿੰਗ ਹੋਈ ਆ ਇਹ ਕਿਸੇ ਨੂੰ ਨਹੀਂ ਕਲੀਅਰ ਵੀ ਇਨ ਰਿਐਲਿਟੀ ਦੇ ਵਿੱਚ ਕਦੋਂ ਸਟਾਰਟ ਹੋਇਆ ਸੀ। ਕਹਿ ਸਕਦੇ ਹਾਂ ਦੇਰ ਇਜ਼ ਨੋ ਕੰਕਰੀਟ ਪ੍ਰੂਫ ਆਫ ਦਾ ਟਾਈਮ ਵੈਨ ਦਾ ਬਿਜ਼ਨਸ ਐਕਟੀਵਿਟੀਜ਼ ਵਰ ਫਸਟ ਸਟਾਰਟਡ। ਕਹਿੰਦੇ ਕੋਈ ਲਿਖਤੀ ਸਬੂਤ ਨਹੀਂ ਹੈ, ਰਿਟਨ ਸਬੂਤ ਨਹੀਂ ਆ ਜਾਂ ਕੋਈ ਐਵੀਡੈਂਸ ਨਹੀਂ ਆ ਵੀ ਬਿਜ਼ਨਸ ਆ ਜਿਹੜਾ ਉਹ ਫਸਟ 'ਤੇ ਕਦੋਂ ਸਟਾਰਟ ਹੋਇਆ ਸੀ। ਪਰ ਕਹਿੰਦੇ ਬਟ ਇਟ ਕੈਨ ਬੀ ਸੈਡ ਦੈਟ ਪ੍ਰੈਜੈਂਟ ਫਾਰਮ ਆਫ ਬਿਜ਼ਨਸ ਇਜ਼ ਦੀ ਆਊਟਕਮ ਆਫ ਡਿਵੀਜ਼ਨ ਆਫ ਲੇਬਰ ਐਂਡ ਸਪੈਸ਼ਲਾਈਜੇਸ਼ਨ। ਪਰ ਕਹਿੰਦੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ, ਇਹ ਪ੍ਰੈਜ਼ੈਂਟ ਕੀਤਾ ਜਾ ਸਕਦਾ ਕਿ ਜਿਹੜੇ ਵਰਕਰਸ ਆ ਉਹਨਾਂ ਦੀ ਡਿਵੀਜ਼ਨ ਅਤੇ ਸਪੈਸ਼ਲਾਈਜੇਸ਼ਨ ਦੇ ਨਾਲ ਉਹਨਾਂ ਨੂੰ ਅਲੱਗ-ਅਲੱਗ ਡਿਵੀਜ਼ਨ ਕਰਨ ਦੇ, ਯਾਨੀ ਕਿ ਹਰੇਕ ਕੰਮ ਦੇ ਵਿੱਚ ਉਹਨਾਂ ਨੂੰ ਪਰਫੈਕਟ ਕਰਨ ਦੇ ਨਾਲ ਨਾਲ ਜਿਹੜੇ ਆਊਟਕਮਸ ਆਈਆਂ ਉਹਨੂੰ ਆਪਾਂ ਬਿਜ਼ਨਸ ਕਹਿ ਸਕਦੇ ਹਾਂ, ਹਰ ਇੱਕ ਅਲੱਗ-ਅਲੱਗ ਕੰਮ ਦੇ ਵਿੱਚ ਲਗਾਉਣ ਦੇ ਨਾਲ। ਪਹਿਲੀ ਸਟੇਜ ਦੇਖੋ ਜਿਹੜੀ ਬਿਜ਼ਨਸ ਦੇ ਵਿੱਚ ਹੋਈ ਸੀ ਉਹ ਸੀਗੀ ਹੰਟਿੰਗ ਸਟੇਜ, ਯਾਨੀ ਕਿ ਸ਼ਿਕਾਰੀ ਅਵਸਥਾ। ਇਸ ਦੇ ਵਿੱਚ ਜ਼ਿਆਦਾਤਰ ਲੋਕ ਆ ਜਿਹੜੇ ਉਹ ਜਾਨਵਰਾਂ ਨੂੰ ਮਾਰਦੇ ਸੀ, ਠੀਕ ਹੈ। ਉਹਨਾਂ ਕੋਲ ਜ਼ਿਆਦਾ ਸਾਧਨ ਨਹੀਂ ਸੀ ਹੁੰਦੇ, ਪਰ ਉਹ ਜਾਨਵਰਾਂ ਨੂੰ ਮਾਰ ਕੇ ਆਪਣਾ ਜਿਹੜਾ ਖਾਣਾ ਹੈ ਉਹ ਖਾਂਦੇ ਸੀ ਔਰ ਉਹਨਾਂ ਦੇ ਜਿਹੜੀ ਸਕਿਨ ਸੀਗੀ, ਠੀਕ ਹੈ, ਉਹਦੇ ਤੋਂ ਆਪਣੇ ਜਿਹੜੇ ਕੱਪੜੇ ਸੀਗੇ ਕਲੋਥ ਸੀਗੇ ਉਹ ਬਣਾਉਂਦੇ ਸੀ। ਬਿਲਕੁਲ ਫਸਟ ਸਟੇਜ ਆ, ਠੀਕ ਹੈ। ਸੈਕਿੰਡ ਸੀਗੀ ਪੈਸਟੋਨੋਰਲ ਸਟੇਜ। ਇਹਦੇ ਵਿੱਚ ਜਿਹੜੇ ਜਾਨਵਰ ਆ, ਪਸ਼ੂ ਆ, ਠੀਕ ਹੈ, ਉਹਨਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾਂਦਾ ਸੀਗਾ। ਜਿਵੇਂ ਆਪ ਕਹਿ ਸਕਦੇ ਹਾਂ ਕਿ ਉਹਨਾਂ ਜਾਨਵਰਾਂ ਨੂੰ ਪਾਲਿਆ ਜਾਂਦਾ ਸੀ, ਪਾਲਤੂ ਬਣਾਇਆ ਜਾਂਦਾ ਸੀ। ਇਨ ਦਿਸ ਸਟੇਜ ਆਫ ਇਵੈਲੂਏਸ਼ਨ ਅਰਲੀ ਮੈਨ ਲਰਨ ਅਬਾਊਟ ਦੀ ਬੈਨੀਫਿਟ ਆਫ ਡੋਮੈਸਟੀਕੇਸ਼ਨ ਆਫ ਐਨੀਮਲ। ਇਸ ਸਟੇਜ ਦੇ ਵਿੱਚ ਇਨਸਾਨ ਨੂੰ ਪਤਾ ਲੱਗਿਆ ਕਿ ਜਾਨਵਰਾਂ ਨੂੰ, ਪਸ਼ੂਆਂ ਨੂੰ ਘਰੇ ਰੱਖਿਆ ਜਾ ਸਕਦਾ ਔਰ ਉਹਦੇ ਫਾਇਦੇ ਕੀ ਆ, ਠੀਕ ਹੈ। ਔਰ ਇਹਦੇ ਨਾਲ ਉਹਨਾਂ ਨੇ ਕੀ ਕੀਤਾ ਵੀ ਉਹ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਰੱਖਣ ਲੱਗੇ, ਰੀਅਲ ਮਤਲਬ ਕਿ ਰੱਖਣ ਲੱਗੇ, ਪਾਲਣ ਪੋਸ਼ਣ ਕਰਨ ਲੱਗੇ ਇਨ ਦੀ ਓਪਨ ਫੀਲਡ ਐਂਡ ਗੋਟ ਮਿਲਕ। ਉਹਨਾਂ ਨੇ ਖਾਲੀ ਜਗ੍ਹਾ ਦੇ ਵਿੱਚ ਉਹਨਾਂ ਨੂੰ ਰੱਖਣਾ ਸ਼ੁਰੂ ਕੀਤਾ। ਇਹ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਪਾਲਿਆ ਜਾਂਦਾ ਸੀ, ਜਾਨਵਰਾਂ ਨੂੰ ਓਪਨ ਫੀਲਡ ਦੇ ਵਿੱਚ ਖੁੱਲ੍ਹੀ ਜਗ੍ਹਾ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਸੀ ਔਰ ਉਹਨਾਂ ਤੋਂ ਮਿਲਕ ਔਰ ਮੀਟ ਆ ਜਿਹੜਾ ਉਹ ਲਿਆ ਜਾਂਦਾ ਸੀ। ਈਵਨ ਕਿ ਉਹਨਾਂ ਦੀ ਜਿਹੜੀ ਸਕਿਨ ਸੀ ਉਹ ਵੀ ਉਹਨਾਂ ਦੀ ਯੂਜ਼ ਕੀਤੀ ਜਾਂਦੀ ਸੀ ਕੱਪੜੇ ਬਣਾਉਣ ਦੇ ਲਈ। ਅੱਗੇ ਹੈ ਐਗਰੀਕਲਚਰ ਸਟੇਜ। ਇਹ ਜਿਹੜੀ ਸਟੇਜ ਆ ਇਹ ਖੇਤੀਬਾੜੀ ਦੇ ਨਾਲ ਰਿਲੇਟ ਆ ਵੀ ਇਸ ਸਟੇਜ ਦੇ ਵਿੱਚ ਆ ਕੇ ਹਿਊਮਨ ਨੂੰ ਪਤਾ ਲੱਗ ਗਿਆ ਸੀਗਾ ਕਿ ਕਿਸ ਤਰੀਕੇ ਨਾਲ ਜਿਹੜਾ ਖੇਤੀ ਦਾ ਕੰਮ ਆ ਉਹ ਕਰਨਾ ਹੈ, ਕਿਸ ਤਰੀਕੇ ਨਾਲ ਕੰਮ ਆ ਜਿਹੜੇ ਉਹ ਕੰਪਲੀਟ ਕਰਨੇ ਆ। ਕਹਿ ਸਕਦੇ ਹਾਂ ਇਨ ਦੀ ਐਡੀਸ਼ਨ ਆਫ ਹੰਟਿੰਗ ਐਂਡ ਰੀਡਿੰਗ ਆਫ ਐਨੀਮਲ ਮੈਨ ਹੈਡ ਆਲਸੋ ਸਟਾਰਟਡ ਸੋਇੰਗ ਦੀ ਸੀਡਸ। ਦੋ ਸਟੇਜਾਂ ਨੂੰ ਕੰਪਲੀਟ ਕਰਨ ਤੋਂ ਬਾਅਦ ਇਨਸਾਨ ਨੇ ਬੀਜਣਾ ਵੀ ਸਿੱਖ ਲਿਆ ਸੀਗਾ, ਕਿਵੇਂ ਬੀਜ ਆ ਜਿਹੜੇ ਉਹ ਬੀਜਣੇ ਆ ਔਰ ਕਿਸ ਤਰੀਕੇ ਨਾਲ ਉਹਨੇ ਆਪਣਾ ਜਿਹੜੀ ਆਊਟਪੁੱਟ ਆ ਉਹ ਪ੍ਰਾਪਤ ਕਰਨੀ ਹੋਏਗੀ ਮਿੱਟੀ ਦੇ ਵਿੱਚੋਂ, ਕਹਿ ਸਕਦੇ ਜਾਂ ਸੋਇਲ ਦੇ ਵਿੱਚੋਂ। ਇਹ ਵੀ ਇੱਕ ਤਰ੍ਹਾਂ ਦੀ ਬਿਜ਼ਨਸ ਐਕਟੀਵਿਟੀ ਸੀ, ਕਾਮਨ ਐਕਟੀਵਿਟੀ ਸੀ। ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਪਹਿਲੇ ਫਸਟ 3 ਸਟੇਜਿਸ ਆ ਜਿਹੜੀਆਂ ਉਹ ਐਗਰੀਕਲਚਰ, ਪੈਸਟੋਨੋਰਲ ਔਰ ਹੰਟਿੰਗ, 3 ਫਸਟ ਸਟੇਜਿਸ ਨੇ। ਅੱਗੇ ਹੈ ਬਾਰਟਰ ਸਟੇਜ। ਬਾਰਟਰ ਸਟੇਜ ਦਾ ਮਤਲਬ ਹੁੰਦਾ ਕਿ ਵਸਤੂ ਵਟਾਂਦਰਾ, ਠੀਕ ਹੈ। ਵਟਾਂਦਰਾ ਅਵਸਥਾ ਦਾ ਮਤਲਬ ਸੀਗਾ ਕਿ ਇਹਦੇ ਵਿੱਚ ਬਿਜ਼ਨਸ ਨੂੰ ਸਟਾਰਟ ਕੀਤਾ ਗਿਆ ਸੀ ਬਿਲਕੁਲ ਸਟਾਰਟਿੰਗ ਦੇ ਵਿੱਚ। ਦੇਖੋ ਇਟ ਇਜ਼ ਦੀ ਸਟੇਜ ਆਫ ਇਵੈਲੂਏਸ਼ਨ ਆਫ ਬਿਜ਼ਨਸ ਵੇਅਰ ਪੀਪਲ ਸਟਾਰਟਡ ਪ੍ਰੋਡਿਊਸਿੰਗ ਗੁੱਡਸ ਮੋਰ ਦੈਨ ਰਿਕੁਆਇਰਡ ਵਿਚ ਰਿਜ਼ਲਟਡ ਇਨ ਮਿਊਚੁਅਲ ਐਕਸਚੇਂਜ। ਇਹਦੇ ਵਿੱਚ ਲੋਕਾਂ ਨੂੰ ਸਮਝ ਆ ਗਈ ਸੀਗੀ ਔਰ ਉਹਨਾਂ ਨੇ ਕੀ ਕੀਤਾ, ਜਿਹੜੀ ਫਸਲ ਉਹ ਪਹਿਲਾਂ ਜਿਹੜੀ ਫਸਲ ਉਗਾਉਂਦੇ ਸੀਗੇ ਐਗਰੀਕਲਚਰ ਸੈਕਟਰ ਦੇ ਵਿੱਚ ਉਹ ਸਿਰਫ ਓਨੀ ਕੀ ਉਗਾਉਂਦੇ ਸੀ ਜਿੰਨੀ ਕੁ ਉਹ ਖਾ ਸਕਣ, ਸਿਰਫ ਆਪਣੀ ਫੈਮਿਲੀ ਦੇ ਲਈ। ਪਰ ਇਸ ਸਟੇਜ ਦੇ ਵਿੱਚ ਆ ਕੇ ਉਹਨਾਂ ਨੇ ਫਸਲ ਆ ਜਿਹੜੀ ਉਹ ਆਪਣੀ ਫੈਮਿਲੀ ਤੋਂ ਜ਼ਿਆਦਾ ਉਗਾਉਣੀ ਸ਼ੁਰੂ ਕੀਤੀ ਔਰ ਜਿਹੜੀ ਬਚਦੀ ਸੀਗੀ ਫਸਲ, ਜਿਹੜੀ ਮਟੀਰੀਅਲ ਉਹਨਾਂ ਨੂੰ ਨਹੀਂ ਸੀ ਚਾਹੀਦਾ ਜਾਂ ਕੋਈ ਗੁੱਡ ਉਹਨਾਂ ਨੂੰ ਨਹੀਂ ਚਾਹੀਦੀ ਸੀ ਤਾਂ ਉਹ ਕਿਸੇ ਨਾਲ ਦੇ ਨਾਲ ਐਕਸਚੇਂਜ ਕਰ ਲੈਂਦੇ ਸੀ, ਜਿਹਦਾ ਕੋਈ ਹੋਰ ਬਿਜ਼ਨਸ ਹੋਏਗਾ ਜਾਂ ਜਿਹਨੇ ਕੋਈ ਹੋਰ ਮਟੀਰੀਅਲ ਆ ਜਿਹੜਾ ਉਗਾਇਆ ਹੋਏਗਾ, ਯਾਨੀ ਕਿ ਜ਼ਿਆਦਾ ਉਗਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਕੇਸ ਦੇ ਵਿੱਚ। ਔਰ ਜਿਹਦੇ ਵਿੱਚ ਚੀਜ਼ਾਂ ਦੇ ਬਦਲੇ ਚੀਜ਼ਾਂ ਜਿਹੜੀਆਂ ਲਈਆਂ ਜਾਂਦੀਆਂ ਸੀ ਕਿ ਪੁਰਾਣੇ
ਟਾਈਮ ਦੇ ਵਿੱਚ ਹੁੰਦਾ ਸੀਗਾ ਕਿ ਜੇ ਕਿਸੇ ਨੇ ਕਣਕ ਉਗਾਈ ਆ ਔਰ ਉਹਨੂੰ ਚਾਵਲ ਚਾਹੀਦੇ ਆ ਤਾਂ ਉਹ ਪੈਸੇ ਦੇ ਨਾਲ ਐਕਸਚੇਂਜ ਨਹੀਂ ਸੀ ਕਰਦੇ। ਉਹ ਜਿਸ ਪਰਸਨ ਨੇ ਚਾਵਲ ਉਗਾਏ ਹੋਣਗੇ ਉਹਦੇ ਨਾਲ ਕਣਕ ਦੇ ਬਦਲੇ ਵਿੱਚ ਚਾਵਲ ਲੈ ਲੈਣਗੇ। ਯਾਨੀ ਕਿ ਡਾਇਰੈਕਟ ਐਕਸਚੇਂਜ ਸਿਸਟਮ ਸੀਗਾ ਵੀ ਜਿੰਨੇ ਚਾਵਲ ਲਾਏ ਆ ਉਨੀ ਕਣਕ ਦੇਗਾ। ਸੋ ਇਹ ਚੀਜ਼ ਹੁੰਦੀ ਸੀ, ਉਹ ਵੀ ਇੱਕ ਤਰ੍ਹਾਂ ਦੀ ਸਟਾਰਟਿੰਗ ਸੀ ਬਿਜ਼ਨਸ ਦੀ। ਨੈਕਸਟ ਹੈ ਮਨੀ ਇਕੋਨਮੀ। ਮਨੀ ਇਕੋਨਮੀ ਦਾ ਮਤਲਬ ਹੋਏਗਾ ਕਿ ਇਸ ਜਦੋਂ ਪਹਿਲਾਂ ਸਟਾਰਟਿੰਗ ਸੀਗੀ ਵੀ ਗੁਡਸ ਦੇ ਨਾਲ ਗੁਡਸ ਐਕਸਚੇਂਜ ਕੀਤੀਆਂ ਜਾਂਦੀਆਂ ਸੀ, ਪਰ ਬਾਅਦ ਦੇ ਵਿੱਚ ਜਦੋਂ ਇਹ ਚੀਜ਼ਾਂ ਜ਼ਿਆਦਾ ਵਧੀਆ ਨਹੀਂ ਰਹੀਆਂ, ਲੋਕਾਂ ਨੂੰ ਉਹਨਾਂ ਦਾ ਸਹੀ ਰੇਟ ਨਹੀਂ ਸੀ ਮਿਲ ਪਾਉਂਦਾ ਜਿੰਨੀ ਉਹ ਮਿਹਨਤ ਕਰਦੇ ਸੀ। ਹੋ ਸਕਦਾ ਸੀਗਾ ਵੀ ਇੱਕ ਚੀਜ਼ ਸਸਤੀ ਹੋਵੇ ਦੂਸਰੀ ਚੀਜ਼ ਮਹਿੰਗੀ ਹੋਵੇ, ਤਾਂ ਉਸ ਚੀਜ਼ ਨੂੰ ਖ਼ਤਮ ਕਰਨ ਦੇ ਲਈ ਮਨੀ ਹੈ ਜਿਹੜੀ ਪੈਸਾ ਲੈ ਕੇ ਆਂਦਾ ਗਿਆ ਸੀਗਾ ਮਾਰਕੀਟ ਦੇ ਵਿੱਚ, ਜਿਸ ਅਨੁਸਾਰ ਲੋਕ ਹੁਣ ਜਿਹੜਾ ਵੀ ਮਟੀਰੀਅਲ ਐਕਸਚੇਂਜ ਕਰਨਗੇ ਉਹ ਕਿਹਦੇ ਵਿੱਚ ਕਰਨਗੇ, ਮਨੀ ਦੇ ਵਿੱਚ। ਮੀਡੀਅਮ ਕਿਹੜਾ ਹੋਏਗਾ ਉਹਨਾਂ ਦਾ, ਮਨੀ। ਠੀਕ ਹੈ, ਤਾਂ ਇਹਦੇ ਨਾਲ ਜਿਹੜਾ ਸਿਸਟਮ ਆ ਥੋੜ੍ਹਾ ਹੋਰ ਸਟਰੋਂਗ ਹੋ ਗਿਆ। ਨੈਕਸਟ ਹੈ ਟਾਊਨ ਇਕੋਨਮੀ। ਟਾਊਨ ਇਕੋਨਮੀ ਹੈ ਜਿਹੜੀ ਉਹ ਸਟਾਰਟ ਹੋਈ ਕਿਉਂਕਿ ਪਹਿਲਾਂ ਲੋਕ ਆ ਜਿਹੜੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ, ਅਲੱਗ-ਅਲੱਗ ਕਹਿ ਦਈਏ ਕਿ ਝੁੰਡ ਬਣਾ ਕੇ ਕਿਤੇ ਇੱਧਰ ਚਲ ਜਾਂਦੇ ਸੀ ਕਿਤੇ ਉੱਧਰ, ਜਾਣੀ ਕਿ ਉਹਨਾਂ ਦਾ ਕੋਈ ਇੱਕ ਟਿਕਾਣਾ ਨਹੀਂ ਸੀ ਪ੍ਰੋਪਰ, ਉਹਨਾਂ ਦਾ ਕੋਈ ਵਿਲੇਜ ਨਹੀਂ ਸੀ, ਕੋਈ ਏਰੀਆ ਨਹੀਂ ਸੀਗਾ। ਤਾਂ ਦੇਖੋ ਦ ਇੰਟਰੋਡਕਸ਼ਨ ਆਫ ਮਨੀ ਐਜ਼ ਅ ਮੀਡੀਅਮ ਆਫ ਐਕਸਚੇਂਜ ਸੈਟ ਇਨ ਰੈਵੋਲਿਊਸ਼ਨ revolutionary changes in economy, the cluster of families ਯਾਨੀ ਕਿ ਇਕੱਠ। ਠੀਕ ਹੈ, ਫੈਮਲੀਜ਼ ਦਾ ਇਕੱਠ ਆ ਜਿਹੜਾ ਉਹ ਚੇਂਜ ਹੋ ਗਿਆ ਵਿਲੇਜਸ ਦੇ ਵਿੱਚ। ਠੀਕ ਹੈ, ਅਤੇ ਜਿਹੜੇ ਵਿਲੇਜਸ ਸੀਗੇ ਹੌਲੀ ਹੌਲੀ ਕਿਹਦੇ ਵਿੱਚ ਚੇਂਜ ਹੋ ਗਏ, ਸਿਟੀਜ਼ ਦੇ ਵਿੱਚ, ਯਾਨੀ ਕਿ ਸ਼ਹਿਰਾਂ ਦੇ ਵਿੱਚ। ਇਹਦੇ ਨਾਲ ਟਾਊਨ ਇਕੋਨਮੀ ਜਿਹੜੀ ਉਹ ਸ਼ੁਰੂ ਹੋਈ। ਪਹਿਲਾਂ ਲੋਕ ਇਕੱਠ ਦੇ ਵਿੱਚ ਰਹਿੰਦੇ ਸੀ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲੇ ਜਾਂਦੇ ਸੀ, ਫਿਰ ਉਹਨਾਂ ਨੇ ਇੱਕ ਜਗ੍ਹਾ ਦੇ ਉੱਪਰ ਅਲੱਗ-ਅਲੱਗ ਫੈਮਲੀਆਂ ਨੇ ਰਹਿਣਾ ਸਟਾਰਟ ਕੀਤਾ। ਠੀਕ ਹੈ, ਵਿਲੇਜ ਕ੍ਰੀਏਟ ਹੋਏ, ਫਿਰ ਉੱਥੋਂ ਦੇ ਵਿਲੇਜ ਦੇ ਲੋਕ ਆ ਜਿਹੜੇ ਜਦੋਂ ਥੋੜ੍ਹੇ ਜਿਹੇ ਡਿਵੈਲਪ ਹੋਏ ਤਾਂ ਉਹ ਹੋਰ ਸ਼ਹਿਰਾਂ ਦੇ ਇਲਾਕੇ ਵਾਲੀ ਜਿੱਥੇ ਜ਼ਿਆਦਾ ਕੰਮ ਹੋਏਗਾ ਉੱਥੇ ਚਲੇ ਗਏ, ਤਾਂ ਇਹ ਚੀਜ਼ ਨੂੰ ਕਿਹਾ ਇਕੋਨਮੀ ਜਿਹੜੀ ਉਹ ਜ਼ਿਆਦਾ ਹੋਰ ਵੱਧ ਗਈ। ਨੈਕਸਟ ਹੈ ਵਰਲਡ ਇਕੋਨਮੀ। ਵਰਲਡ ਇਕੋਨਮੀ ਦਾ ਮਤਲਬ ਹੋਏਗਾ ਪੂਰੇ ਸੰਸਾਰ ਦੀ। ਠੀਕ ਹੈ, ਟਾਊਨ ਇਕੋਨਮੀ ਤੋਂ ਬਾਅਦ ਡਾਇਰੈਕਟ ਸਿਸਟਮ ਹੈ ਜਿਹੜਾ ਉਹ ਵਰਲਡ ਇਕੋਨਮੀ ਦਾ ਸਟਾਰਟ ਹੋਇਆ ਸੀ, ਜਿਹਦੇ ਵਿੱਚ ਇੰਪੋਰਟ ਔਰ ਐਕਸਪੋਰਟ ਦੀ ਜਿਹੜਾ ਕੰਸੈਪਟ ਆ ਉਹ ਸਟਾਰਟ ਕੀਤਾ ਗਿਆ ਸੀ ਵੀ ਲੋਕ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਨਾਲ ਵਪਾਰ ਕਰ ਸਕਦੇ ਆ। ਇਸ ਚੀਜ਼ ਆ ਜਿਹੜੀ ਉਹ ਸਟਾਰਟ ਕੀਤੀ ਗਈ ਸੀ, ਕੰਟਰੀਆਂ ਦੇ ਵਿੱਚ ਪਹਿਲਾਂ ਸਟਾਰਟ ਹੋਈ ਸੀਗੀ ਔਰ ਇਹ ਬਹੁਤ ਹੀ ਜ਼ਿਆਦਾ ਪਾਪੂਲਰ ਕੰਸੈਪਟ ਬਣ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ। ਦੇਖੋ this discovery of sea routes in 15th 16th and the 17th centuries and the scientific inventions, ठीक है, in the field of transport and communication multiplies the business activities manifold। ਜਦੋਂ ਵਰਲਡ ਇਕੋਨਮੀ ਸਟਾਰਟ ਹੋਈ ਹੈ ਤਾਂ ਜਿਹੜੇ ਆਹ ਵਾਲੀਆਂ ਸੈਂਚਰੀਜ਼ ਆ 15 16 ਐਂਡ 17th, ਇਹਨਾਂ ਨੇ ਜਿਹੜੇ ਆਪਣੇ ਟਰਾਂਸਪੋਰਟੇਸ਼ਨ ਦੇ ਸਿਸਟਮਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਵਧਾਤਾ ਸੀਗਾ। ਠੀਕ ਹੈ, ਕਾਫੀ ਜ਼ਿਆਦਾ ਕਹਿ ਸਕਦੇ ਕਿ ਰੈਵੋਲਿਊਸ਼ਨ ਆਇਆ ਸੀਗਾ, ਸਾਇੰਟੀਫਿਕ ਇਨਵੈਂਸ਼ਨ ਕੀਤੀਆਂ ਗਈਆਂ। ਠੀਕ ਹੈ, ਕਈ ਸਾਰੀਆਂ ਇਨਵੈਂਸ਼ਨ ਆ ਜਿਹੜੀਆਂ ਕਰੀਆਂ ਗਈਆਂ ਤਾਂ ਕਿ ਸਾਇੰਸ ਨੂੰ ਫਾਇਦਾ ਹੋ ਸਕੇ। ਠੀਕ ਹੈ, ਲੋਕਾਂ ਨੂੰ ਫਾਇਦਾ ਹੋ ਸਕੇ। ਸੋ ਇਹਦੇ ਆਉਣ ਦੇ ਨਾਲ ਜਿਹੜਾ ਵਰਲਡ ਇਕੋਨਮੀ ਦਾ ਸਿਸਟਮ ਆ ਉਹ ਸਟਾਰਟ ਹੋ ਗਿਆ। ਇਹ ਕਹਿ ਸਕਦੇ ਹਾਂ ਕਿ ਇਹ ਆਪਣੀ ਲਾਸਟ ਸਟੇਜ ਹੋਏਗੀ ਜਿੱਥੇ ਇਕੋਨਮੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਾਧੇ 'ਚ ਸੀ, ਪਰ ਇਹ ਸਟੇਜ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਚੱਲ ਰਹੀ ਆ। ਨੈਕਸਟ ਹੈ ਬਿਜ਼ਨਸ ਐਕਟੀਵਿਟੀਜ਼ ਦੇ ਵਿੱਚ ਰੈਵੋਲਿਊਸ਼ਨ ਕਿਸ ਤਰੀਕੇ ਨਾਲ ਆਇਆ, ਇੰਡਸਟਰੀਅਲ ਰੈਵੋਲਿਊਸ਼ਨ ਕਿਸ ਤਰੀਕੇ ਨਾਲ ਆਇਆ। ਦੇਖੋ ਦੀ ਇਵੈਲੂਏਸ਼ਨ ਆਫ ਇੰਡਸਟਰੀਅਲ ਟੁੱਕ ਪਲੇਸ ਥਰੂ ਆਊਟ ਦੀ ਸਟੇਜਿਸ ਆਫ ਹੈਂਡੀਕ੍ਰਾਫਟ। ਜਦੋਂ ਇੱਕ ਬਿਜ਼ਨਸ ਸਟਾਰਟ ਹੋਇਆ ਤਾਂ ਸਭ ਤੋਂ ਪਹਿਲਾਂ ਬਿਜ਼ਨਸ ਹੈਂਡੀਕ੍ਰਾਫਟ ਦੇ ਬਿਜ਼ਨਸ ਆਏ। ਹੈਂਡਕ੍ਰਾਫਟ ਯਾਨੀ ਕਿ ਹੱਥਾਂ ਦੇ ਨਾਲ ਕਢਾਈ ਵਗੈਰਾ ਦਾ ਕੰਮ। ਠੀਕ ਹੈ, ਡੋਮੈਸਟਿਕ ਜਿਹੜੇ ਸਿਸਟਮਸ ਆ, ਘਰੇਲੂ ਸਿਸਟਮ, ਜਿਵੇਂ ਨੋਰਮਲ ਦੇਖਦੇ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕ ਖੁਦ ਮਟੀਰੀਅਲ ਬਣਾਉਂਦੇ ਸੀ। ਠੀਕ ਹੈ, ਦਰੀਆਂ ਖੇਸ ਬਣਾਉਣਾ, ਉਹ ਸਾਰੇ ਹੈਂਡਕ੍ਰਾਫਟ ਦੇ ਬਿਜ਼ਨਸ ਸੀ। ਫੈਕਟਰੀਆਂ ਸਟਾਰਟ ਹੋਈਆਂ ਔਰ ਇਹਨਾਂ ਦੇ ਸਟਾਰਟ ਹੋਣ ਦੇ ਨਾਲ ਜਿਹੜਾ ਬਿਜ਼ਨਸ ਆ ਇੰਡਸਟਰੀਅਲ ਬਿਜ਼ਨਸ ਆ ਉਹ ਰੈਵੋਲਿਊਸ਼ਨ ਦੇ ਵਿੱਚ ਆਇਆ। ਔਰ ਇਹ ਜਿਹੜਾ ਟਾਈਮ ਪੀਰੀਅਡ ਸੀਗਾ ਉਹ 1760 ਤੋਂ ਲੈ ਕੇ 1860 ਸੀ, ਯਾਨੀ ਕਿ 1760 ਤੋਂ ਲੈ ਕੇ 1860 ਤੱਕ ਦਾ ਜਿਹੜਾ ਇਹ ਟਾਈਮ ਆ ਇੰਡਸਟਰੀਅਲ ਰੈਵੋਲਿਊਸ਼ਨ ਦਾ ਹੀ ਟਾਈਮ ਸੀ। ਇਸ ਟਾਈਮ ਦੇ ਵਿੱਚ ਕਈ ਸਾਰੀਆਂ MNC ਕੰਪਨੀਜ਼ ਆਈਆਂ। MNC ਦਾ ਮਤਲਬ ਹੁੰਦਾ ਮਲਟੀ ਨੈਸ਼ਨਲ ਕੰਪਨੀਜ਼। ਠੀਕ ਹੈ, ਕਈ ਸਾਰੀਆਂ ਲਾਰਜ ਮਲਟੀਨੈਸ਼ਨਲ ਕੰਪਨੀਜ਼ ਆ ਜਿਹੜੀਆਂ ਉਹ ਆਈਆਂ ਬਿਜ਼ਨਸ ਦੇ ਵਿੱਚ, ਔਰ ਉਹਦੇ ਆਉਣ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਜਿਹੜਾ ਉਹ ਹੋਇਆ ਸੀ। ਸੋ ਇਹ ਸੀ ਜਿਹੜਾ ਤੁਹਾਡਾ ਅੱਜ ਦਾ ਕੰਸੈਪਟ, ਔਰ ਇਹਦੇ ਨਾਲ ਹੀ ਤੁਹਾਡਾ ਚੈਪਟਰ ਆ ਜਿਹੜਾ ਉਹ ਕੰਪਲੀਟ ਹੁੰਦਾ ਹੈ।
ਅਗਰ ਸਾਰੇ ਚੈਪਟਰ ਦੇ ਵਿੱਚੋਂ ਕੋਈ ਚੀਜ਼ ਤੁਹਾਨੂੰ ਨਾ ਪਤਾ ਲੱਗੀ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ, ਡਿਸਕਸ ਕਰ ਸਕਦੇ ਹੋ। ਔਰ ਜੇ ਕੋਈ ਡਾਊਟ ਹੋਇਆ ਤਾਂ ਜ਼ਰੂਰ ਇਨਫੋਰਮ ਕਰਿਓ, ਔਰ ਆਪਣਾ ਹੋਮਵਰਕ ਆ ਜਿਹੜਾ ਡੇਲੀ ਸੈਂਡ ਕਰਦੇ ਰਹਿਣਾ। ਸੋ ਥੈਂਕ ਯੂ, ਹੈਵ ਅ ਨਾਈਸ ਡੇ।